551 ਸਾਲ ਪਹਿਲਾਂ ਇੱਕ ਨੂਰ ਤੁਰਿਆ ਤੇ ਚੌਂ ਕੂਟਾਂ 'ਚ ਫੈਲ ਗਿਆ। ਅੱਜ ਉਸੇ ਨੂਰ ਉਸ ਚਾਨਣ ਦੇ ਬਰਸਾਏ ਕਿਰਤੀ ਦਿੱਲੀ ਨੂੰ ਤੁਰੇ ਨੇ ਤੇ ਅੱਜ ਫਿਰ ਇੱਕ ਚਾਨਣ ਫੈਲ ਰਿਹਾ ਜਿਹੜਾ ਭੈ ਨੂੰ ਦੂਰ ਕਰ ਰਿਹਾ। ਮੇਰੇ ਨਾਲ ਨੇ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਤੇ ਅੱਜ ਮੌਕਾ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦਾ। ਲਾਂਬਾ ਸਾਹਿਬ ਜੀ ਆਇਆ ਤੇ ਮਨ ਦੇ ਵਿੱਚ ਜਿਹੜੀ ਲੋਹਰੀ ਉੱਠਦੀ ਹੈ ਨਾ ਜੀ, ਜਿਹੜਾ ਇੱਕ ਸਮਰਪਣ ਵਾਲਾ ਭਾਵ ਪੈਦਾ ਹੁੰਦਾ, ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਉਹਦੀ ਵਿਆਖਿਆ ਕਰਾਂ ਜਾਂ ਉਹਨੂੰ ਸ਼ਬਦ ਦੇ ਸਕਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਸਾਹਿਬ। ਅੱਜ ਇਸ ਪਾਵਨ ਪਵਿੱਤਰ ਮੌਕੇ ਦੇ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਦਿਆਂ ਹੋਇਆਂ ਅਸੀਂ ਉਹਨਾਂ ਨੂੰ ਯਾਦ ਕਰੀਏ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਅੱਜ ਦੇ ਪਾਵਨ ਦਿਵਸ ਬਾਰੇ ਭਾਈ ਗੁਰਦਾਸ ਜੀ ਦੀ ਬਹੁਤ ਕਮਾਲ ਦੀ ਉਕਤੀ ਹੈ। ਕਾਰਤਿਕ ਮਾਸ ਰੁੱਤ ਸਰਦ ਪੂਰਨ ਮਾਸੀ, 8 ਜਾਮ 60 ਘਰੀ ਆਜ ਤੇਰੀ ਬਾਰੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੜਿਆ ਸੋਧਣ ਧਰਤ ਲੁਕਾਈ, ਉਹ ਇੱਕ ਐਸਾ ਨੂਰ ਸੀ, ਉਹ ਇੱਕ ਐਸਾ ਚਾਨਣ ਸੀ ਜਿਸ ਦੇ ਬਾਰੇ ਕਿਹਾ ਗਿਆ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਇਹਨਾਂ ਵਿੱਚ ਬੜਾ ਹੀ ਰਹੱਸ ਛੁਪਿਆ ਹੋਇਆ ਹੈ। ਕਿਹਾ ਗਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਤਾਂ ਉਸ ਵੇਲੇ ਧੁੰਦ ਮਿਟ ਗਈ, ਔਰ ਉਹ ਧੁੰਦ ਮਿਟਣ ਕਰਕੇ ਇਸ ਤਰ੍ਹਾਂ ਹੋਇਆ ਜਿਵੇਂ ਸੂਰਜ ਨਿਕਲਦਾ ਹੈ, ਤਾਰੇ ਛੁਪ ਜਾਂਦੇ ਹੈ, ਅੰਧੇਰਾ ਦੂਰ ਹੋ ਜਾਂਦਾ ਹੈ। ਬਹੁਤ ਹੀ ਕਮਾਲ ਦੀ ਗੱਲ ਹੈ ਕਿ ਦੇਖੋ, ਜਿੰਨਾ ਮਰਜ਼ੀ ਹਨੇਰਾ ਹੋਏ, ਜਿੰਨਾ ਡੂੰਘਾ ਹਨੇਰਾ ਹੋਏ, ਉਹ ਇੱਕ ਛੋਟੇ ਜਿਹੇ ਦੀਵੇ ਨਾਲ ਉਹਦੀ ਲੋ ਦੇ ਨਾਲ ਉਹ ਚਾਨਣ ਹੋ ਜਾਂਦਾ ਹੈ। ਪਰ ਧੁੰਦ ਜਦੋਂ ਆਂਦੀ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਕਰ ਲਓ, ਕੁਝ ਵੀ ਨਜ਼ਰ ਨਹੀਂ ਆਉਂਦਾ। ਸੋ ਇੱਥੇ ਕਿਹਾ ਗਿਆ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ। ਉਹ ਜਿਹੜੀ ਭਰਮਾਂ ਵਹਿਮਾਂ ਦੀ, ਪਖੰਡ ਦੀ, ਕਰਮਕਾਂਡ ਦੀ ਉਹ ਜਿਹੜੀ ਧੁੰਦ ਸੀ, ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਦੇ ਨਾਲ ਉਹ ਧੁੰਦ ਮਿੱਟੀ। ਔਰ ਇਹਦੇ ਵਿੱਚ ਅਗਲੀ ਲਾਈਨ ਬਹੁਤ ਹੀ ਕਮਾਲ ਦੀ ਹੈ, ਸਾਰੀ ਦੀ ਸਾਰੀ ਸਿੱਖ ਫਿਲਾਸਫੀ ਆ ਜਾਏਗੀ। ਉਹਦੇ ਵਿੱਚ ਹੈ ਕਿ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਹੁਣ ਦੇਖੋ, ਜਦੋਂ ਸੂਰਜ ਨਿਕਲਦਾ ਹੈ ਤਾਂ ਉਸ ਵੇਲੇ ਤਾਰੇ ਛੁਪ ਜਾਂਦੇ ਹੈ, ਤਾਰੇ ਮਰ ਨਹੀਂ ਜਾਂਦੇ, ਤਾਰੇ ਮਿਟ ਨਹੀਂ ਜਾਂਦੇ। ਸੋ ਇੱਥੇ ਕਿਹਾ ਗਿਆ ਕਿ ਜਿਉਂ ਕਰ ਸੂਰਜ ਨਿਕਲਿਆ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਨਾਲ ਉਹ ਜਿਹੜੇ ਤਾਰੇ ਸੀ ਛੁਪ ਗਏ। ਬੜੀ ਕਮਾਲ ਦੀ ਉਕਤੀ ਹੈ। ਹਿੰਦੁਸਤਾਨ ਦੀ, ਭਾਰਤ ਦੀ ਪਰੰਪਰਾ ਵਿੱਚ, ਸਾਰੇ ਵਿਸ਼ਵ ਦੀ ਪਰੰਪਰਾ ਦੇ ਵਿੱਚ ਅਵਤਾਰ ਹੋਏ, ਪੈਗੰਬਰ ਹੋਏ, ਬੜਾ ਕੁਝ ਹੋਇਆ, ਬੜੇ ਆਏ, ਉਹਨਾਂ ਦੀਆਂ ਦੇਣ ਬਹੁਤ ਜ਼ਿਆਦਾ ਹੈ। ਪਰ ਜਿਵੇਂ ਸਾਡੇ ਇਨਸਾਨਾਂ ਦੀਆਂ ਲੋੜਾਂ, ਉਹ ਭਾਵੇਂ ਕਰੋੜਾਂ ਮੀਲ ਦੂਰ, ਅਰਬਾਂ ਮੀਲ ਦੂਰ ਬੜੇ ਸਿਤਾਰੇ ਹੈ, ਬੜੇ ਵੱਡੇ ਹੈ, ਸੂਰਜ ਤੋਂ ਬਹੁਤ ਭਾਰੇ ਹੈ, ਪਰ ਉਹ ਸਾਡੀਆਂ ਨਾ ਫਸਲਾਂ ਪਕਾ ਸਕਦੇ ਹੈ, ਨਾ ਸਾਡੇ ਕੱਪੜੇ ਸੁਕਾ ਸਕਦੇ ਹੈ, ਨਾ ਸਾਡੀ ਰੋਜ਼ਮर्रा ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੈ ਹੁੰਦੇ ਹੈ। ਸੋ ਉਹ ਜਦੋਂ ਸੂਰਜ ਨਿਕਲਦਾ ਹੈ, ਉਹ ਸੂਰਜ ਉਹਨਾਂ ਨੂੰ ਖਤਮ ਨਹੀਂ ਕਰਦਾ, ਸੂਰਜ ਉਹਨਾਂ ਤੋਂ ਵੱਡਾ ਨਹੀਂ ਹੁੰਦਾ, ਪਰ ਸੂਰਜ ਦੇ ਆਉਣ ਨਾਲ ਉਹ ਛਿਪ ਜਾਂਦੇ ਹੈ। ਬਹੁਤ ਕਮਾਲ ਦੀ ਗੱਲ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਕਹੀ ਸੀ। ਉਹ ਕਹਿੰਦੇ ਆ ਕਿ ਮੈਂ ਇਤਿਹਾਸ ਦੇ ਵਿੱਚ ਜਦੋਂ ਪੜ੍ਹਾਉਣ ਜਾਂਦਾ ਵਿਦਿਆਰਥੀਆਂ ਨੂੰ, ਜਦੋਂ ਮੈਂ MA ਦੀ ਕਲਾਸ ਲੈਣਾ, ਮੈਂ ਉਹਨਾਂ ਨੂੰ ਇੱਕ ਗੱਲ ਪੁੱਛਦਾ, ਤੁਸੀਂ ਇਸ ਤਰ੍ਹਾਂ ਕਰੋ, ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਦੇ 5-10 ਪੰਜਾਬੀਆਂ ਦੇ ਨਾਂ ਦੱਸੋ। ਕੋਈ 1 ਜਾਂ 2 ਪੋਰਸ ਜਾਂ ਹੋਰ ਕੋਈ ਕਹਿ ਕੇ ਚੁੱਪ ਕਰ ਜਾਂਦਾ। ਤੇ ਜੇ ਮੈਂ ਕਹਾਂ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੇ 10 ਪੰਜਾਬੀਆਂ ਦੇ ਨਾਂ ਦੱਸੋ, ਕਈ ਸ਼ੁਰੂ ਕਰ ਦਿੰਦੇ ਹਨ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਇਹ ਜਿਹੜੀ ਹੈਗੀ ਹੈ ਕਿ ਉਹ ਇਤਿਹਾਸ ਕਿੱਧਰ ਗਿਆ? ਇਤਨਾ ਸ਼ਾਨਦਾਰ ਸ਼ਾਨਮੱਤਾ ਇਤਿਹਾਸ ਸੀ। ਬਾਕੀ ਭਾਰਤ ਦੀ ਗੱਲ ਕਰੋਗੇ, ਕਹਿਣਗੇ ਜੀ ਹਜ਼ਾਰਾਂ ਵਰਸ਼ ਪਹਿਲੇ ਇਹ ਸੀ, ਹਜ਼ਾਰਾਂ ਸਾਲ ਪਹਿਲੇ ਹਮਨੇ ਇਹ ਕੀਆ ਉਹ ਕੀਆ। ਪਰ ਜੇ ਪੰਜਾਬ ਦਾ ਇਤਿਹਾਸ ਲਿਖਣਾ ਹੈ, ਉਹ ਗੁਰੂਆਂ ਦਾ ਇਤਿਹਾਸ ਹੈ, ਉਹ ਸਿੱਖਾਂ ਦਾ ਇਤਿਹਾਸ ਹੈ। ਤਾਂ ਹੀ ਉਹ ਅਲਬੇਲੇ ਪੂਰਨ ਸਿੰਘ ਨੇ ਕਿਹਾ ਪੰਜਾਬ ਜੀਂਦਾ ਗੁਰਾਂ ਦੇ ਨਾਂ ਤੇ। ਔਰ ਤੁਸੀਂ ਉਹਨਾਂ ਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੇਖੋ। 250 ਸਾਲ ਪਹਿਲੇ ਜਦੋਂ ਸਾਰੀ ਥਾਂ ਦੇ ਉੱਤੇ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਸੀ, ਹੁਕਮ ਜਾਰੀ ਹੋ ਚੁੱਕੇ ਸਨ ਕਿ ਨਾਨਕ ਪਰਸਤਾਰਾ ਹਰ ਕੁਜਾ ਕਿ ਬੇਆਨੰਦ ਬਾ ਕਤਲ ਰਸਾਨੰਦ। ਜਿੱਥੇ ਨਾਨਕ ਪ੍ਰਸਤ ਨਜ਼ਰ ਆ ਜਾਏ ਉਹਨੂੰ ਕਤਲ ਕਰ ਦਿੱਤਾ ਜਾਏ।
ਉੱਥੇ ਅੱਜ ਤੋਂ 250 ਸਾਲ ਪਹਿਲੇ ਲਖਨਊ ਦੇ ਇਲਾਕੇ ਦਾ ਰਹਿਣ ਵਾਲਾ ਨਜ਼ੀਰ ਅਕਬਰਾਬਾਦੀ ਸ਼ਾਇਰ ਕੀ ਕਹਿ ਰਿਹਾ? ਉਹ ਕਹਿੰਦਾ ਹੈ, कहते नानक शाह जिन्हें वो पूरे हैं आगाह गुरु, मकसूद मुराद उम्मीद सभी बरलाते हैं दिलखाह गुरु, नित लुत्फो करम से करते हैं हम लोगों का निर्वाह गुरु, इस बख्शिश के इस अजमत के हैं बाबा नानक शाह गुरु, सब शीस निभा अरदास करो और हरदम बोलो वाह गुरु। सो अज ਸਾਹਿਬਾਂ ਦੇ ਪ੍ਰਕਾਸ਼ ਦਿਵਸ ਦੇ ਉੱਤੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਜਾ ਸਕਦੀ ਹੈ, ਸਾਰੇ ਸੰਸਾਰ ਨੂੰ ਵਧਾਈ ਦਿੱਤੀ ਜਾ ਸਕਦੀ ਹੈ, ਔਰ ਜਿਹੜਾ ਪੈਗਾਮ ਉਹ ਲੈ ਕੇ ਆਏ ਉਸ ਪੈਗਾਮ ਦਾ ਭੋਰਾ ਮਾਤਰ ਅਸੀਂ ਆਪਣੇ ਅੰਦਰ ਵੀ ਲੈ ਲਈਏ, ਜਿਹੜਾ ਉਹਨਾਂ ਨੇ ਦੋ ਲਫ਼ਜ਼ਾਂ ਚ ਕਿਹਾ ਵਾਹਿਗੁਰੂ ਦੇ ਜੀ 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 ਨਿਰਭਉ ਤੇ ਨਿਰਵੈਰ। ਗੱਲ ਪੂਰੀ ਕਰ ਲਓ। ਹਾਂਜੀ, ਗੱਲ ਪੂਰੀ ਕਰ। ਹਾਂਜੀ, ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਪੈਗਾਮ ਸੀ, ਉਹਨਾਂ ਨੇ ਇੱਕੋ ਗੱਲ ਕਹੀ ਕਿ ਜੇ ਤੁਸੀਂ ਇਨਸਾਨ ਬਣਨਾ ਹੈ ਤੇ ਉਹ ਰੱਬੀ ਗੁਣ ਤੁਸੀਂ ਆਪਣੇ ਅੰਦਰ ਧਾਰਨ ਕਰੋ, ਉਹ ਸਨ ਨਿਰਭਉ ਨਿਰਵੈਰ। ਇਹ ਦੋ ਗੁਣ ਜਦੋਂ ਆ ਜਾਣਗੇ ਤੁਹਾਡੇ ਅੰਦਰ ਨਿਰਭੈਤਾ ਆ ਜਾਏਗੀ, ਅਗਰ ਤੁਹਾਡੇ ਅੰਦਰ ਨਿਰਵੈਰਤਾ ਆ ਜਾਏਗੀ ਫਿਰ ਦੁਨੀਆ ਦੀ ਕੋਈ ਤਾਕਤ ਤੁਹਾਡੇ ਸਾਹਮਣੇ ਨਹੀਂ ਖੜੀ ਹੋ ਸਕਦੀ। ਮੈਂ ਸਰਦਾਰ ਲਾਂਬਾ ਸਾਹਿਬ ਜਦੋਂ ਪੜ੍ਹਦਾ ਸੀਗਾ ਔਰ ਯੂਨੀਵਰਸਿਟੀ ਦੇ ਲਾਇਬ੍ਰੇਰੀ ਦੇ ਵਿੱਚ ਜਾਂਦਾ ਸੀ ਤੇ ਮੈਂ ਤੁਲਨਾਤਮਕ ਅਧਿਐਨ ਚ ਪੈ ਗਿਆ ਧਰਮਾਂ ਦੇ, ਤੇ ਫਿਰ ਮੈਨੂੰ ਇੱਕ ਚੀਜ਼ ਜਿਹੜੀ ਬੁਲੰਦ ਲੱਗਦੀ ਅੱਜ ਬੁਲੰਦ ਲੱਗਦੀ ਮੈਨੂੰ ਅੱਜ ਬੜਾ ਅਚੰਭਾ ਹੁੰਦਾ ਜਦੋਂ ਨੈਸ਼ਨਲ ਮੀਡੀਆ ਜਾਂ ਕੋਈ ਇੱਕ ਚੈਨਲ ਕਹਿ ਰਿਹਾ ਕਿ ਲੋਕ ਤੁਰੇ ਸੀ ਅੱਗੇ ਪਹਾੜ ਜਿਹੜੀਆਂ ਰੋਕਾਂ ਸੀ ਔਰ ਜਦੋਂ ਇੱਕ ਨਾਰਾ ਗੂੰਜਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਕਾਈ ਦੇ ਫੰਬਿਆਂ ਵਾਂਗ ਉੱਡ ਜਾਂਦੇ ਆ ਉਹ ਸਾਰੇ ਪਹਾੜ ਜਿਹੜੇ ਮਿੱਟੀ ਦੇ ਵੀ ਬਣਾਏ ਸੀ ਔਰ ਜਿਹੜੇ ਉਹ ਕੰਟੇਨਰ ਵੀ ਰੱਖੇ ਸੀਗੇ। ਮੈਨੂੰ ਉਹ ਇਲਾਹੀ ਜਿਹੜਾ ਸਰੂਰ, ਉਹ ਜਿਹੜੀ ਇਲਾਹੀ ਤਾਕਤ ਆਉਂਦੀ ਦਿਸਦੀ ਹੈ, ਉਹ ਬਾਬੇ ਨਾਨਕ ਤੋਂ ਆਉਂਦੀ ਦਿਸਦੀ ਹੈ। ਸੋ ਮੈਂ ਚਾਹੂੰਗਾ ਕਿ ਤੁਸੀਂ ਉਹਦੀ ਜ਼ਰੂਰ ਵਿਆਖਿਆ ਕਰੋ। ਮਨ ਬੇਬਲ ਹੋ ਜਾਂਦਾ ਕਈ ਵਾਰੀ, ਤੁਸੀਂ ਬੋਲ ਨਹੀਂ ਪਾਉਂਦੇ, ਲੇਕਿਨ ਮੈਨੂੰ ਪਤਾ ਹੈ ਕਿ ਤੁਹਾਡੀ ਸਾਲਾਂ ਦੀ ਤਪੱਸਿਆ ਚੋਂ ਉਹ ਘਟਨਾਵਾਂ ਰੂਪਮਾਨ ਹੋ ਜਾਂਦੀਆਂ, ਸਰੂਪ ਲੈ ਜਾਂਦੀਆਂ। ਸੋ ਮੈਂ ਤੁਹਾਡੇ ਤੋਂ ਸੁਣਨਾ ਚਾਹੂੰਗਾ ਕਿ ਜਿਹੜਾ ਅੱਜ ਚੜ੍ਹਦੀ ਕਲਾ ਦਾ ਸੰਕਲਪ ਦਿੱਲੀ ਦੇ ਬਾਰਡਰਸ ਤੇ ਬੈਠਾ ਹੈ, ਅੱਜ ਜਿਹੜਾ ਘਰ ਘਰ ਬੈਠਾ ਪੰਜਾਬੀ ਜਿਹੜਾ ਮਤਲਬ ਆਪੇ ਤੋਂ ਬਾਹਰ ਹੋ ਜਾਂਦਾ ਹੈ ਕਿ ਸਾਨੂੰ ਕੌਣ ਡਰਾਉਣ ਆਇਆ, ਸੋ ਉਹ ਜ਼ਰੂਰ ਵਿਆਖਿਆ ਕਰੋ। ਜ਼ਰੂਰ ਜੀ, ਬਹੁਤ ਕਮਾਲ ਦੀ ਗੱਲ ਹੈ, ਕਿਉਂਕਿ ਮੈਂ ਤੁਹਾਨੂੰ ਨਹੀਂ ਸੁਣਾ ਰਿਹਾ, ਮੈਂ ਕਿਸੇ ਹੋਰ ਨੂੰ ਨਹੀਂ ਸੁਣਾ ਰਿਹਾ, ਮੈਂ ਉਸ ਦਾ ਆਨੰਦ ਖੁਦ ਲੈ ਰਿਹਾ ਜਿਸ ਨੂੰ ਕਿਹਾ ਗਿਆ ਸੀ ਪੰਜਾਬ ਦਾ ਲੋਕ ਗੀਤ ਸੀ, ਹੱਟ ਖੁੱਲ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ। ਇਹ ਤਾਂ ਉਹ ਦਾਤ ਹੈ ਜਿਹੜੀ ਹਜ਼ੂਰ ਨੇ ਵੰਡੀ। ਹੁਣ ਜਿਹੜੀ ਗੱਲ ਕੀਤੀ ਤੁਸੀਂ ਕਿ ਕਿਤਨੀਆਂ ਰੁਕਾਵਟਾਂ, ਕਿੰਨਾ ਕੁਝ ਹੋਇਆ ਔਰ ਉਸ ਨੂੰ ਕਿਸ ਤਰੀਕੇ ਨਾਲ ਕੀਤਾ, ਇਹਦੇ ਵਿੱਚ ਅਗਰ ਬੈਕਗਰਾਉਂਡ ਦੇਖੀ ਜਾਏ, ਅਗਰ ਥੋੜੀ ਜੀ ਬੈਕਗਰਾਉਂਡ ਹਿੰਦੁਸਤਾਨ ਦੀ ਦੇਖੀ ਜਾਏ, ਬਾਬਰ ਦਾ ਹਮਲਾ ਹੁੰਦਾ, ਸਾਰੇ ਧਰਤੀ ਨੂੰ ਰੋਂਦਦਾ ਹੋਇਆ ਉਹ ਆ ਰਿਹਾ। ਭਾਰਤ ਦੀ ਦਹਲੀਜ਼ ਦਿੱਲੀ ਹੈ, ਭਾਰਤ ਦੀ ਦਹਲੀਜ਼ ਹੈ, ਇਸੇ ਤੋਂ ਨਾਂ ਉਹਦਾ ਦਿੱਲੀ ਬਣਿਆ, ਦਿੱਲੀ ਹੈ, ਦਹਲੀਜ਼ ਹੈ। ਭਾਰਤ ਦੀ ਦਹਲੀਜ਼ ਦੇ ਨੇੜੇ ਪਾਣੀਪਤ ਹੈ ਜਿੱਥੇ ਅੱਜ ਵੀ ਇਕੱਠੇ ਹੋ ਰਹੇ ਆ। ਉਸ ਪਾਣੀਪਤ ਦੇ ਉੱਤੇ ਦੋ ਫੌਜਾਂ ਲੜ ਰਹੀਆਂ, ਇੱਕ ਬਾਬਰ ਦੀਆਂ ਔਰ ਇੱਕ ਪਠਾਣਾ ਦੀਆਂ। ਇਹ ਦੋ ਹੈ, ਇੱਕ ਮੁਗਲ ਹਨ, ਇੱਕ ਪਠਾਨ ਹਨ ਔਰ ਦੋਨੋਂ ਬਾਹਰੋਂ ਆਏ ਹਨ। ਹਜ਼ੂਰ ਨੇ ਕਿਹਾ ਮੁਗਲ ਪਠਾਣਾ ਭਈ ਲੜਾਈ। ਤੁਸੀਂ ਕਮਾਲ ਦਾ ਇਤਿਹਾਸ ਦਾ ਸੰਜੋਗ ਦੇਖੋ ਕਿ ਬਾਹਰੋਂ ਦੋ ਤਾਕਤਾਂ ਆ ਕੇ ਦਿੱਲੀ ਦੀ ਦਹਲੀਜ਼ ਤੇ ਲੜ ਰਹੀਆਂ ਹਨ ਕਿ ਇਹਦੇ ਉੱਤੇ ਦਿੱਲੀ ਤੇ ਭਾਰਤੀਆਂ ਦੇ ਸੰਸਕ੍ਰਿਤੀ ਤੇ ਇਹਨਾਂ ਤੇ ਰਾਜ ਕਿਨੇ ਕਰਨਾ। ਔਰ ਉਹ ਦੋਨੋਂ ਜਦੋਂ ਲੜ ਰਹੀਆਂ ਹਨ ਤੇ ਹਜ਼ੂਰ ਨੇ ਉਹਦਾ ਜ਼ਿਕਰ ਕੀਤਾ, ਤੇ ਜਿਹੜੀ ਭਾਰਤ ਦੀ ਜਨਤਾ ਹੈ ਉਹ ਇਤਨੀ ਸਾਹ-ਸਤਹੀਣ ਹੋ ਚੁੱਕੀ ਹੈ, ਭਾਰਤ ਦੀ ਸੰਸਕ੍ਰਿਤੀ ਇਤਨੀ ਨਿਤਾਣੀ ਔਰ ਨਿਮਾਣੀ ਹੋ ਚੁੱਕੀ ਹੈ, ਉਸਨੇ ਫੈਸਲਾ ਕੀਤਾ ਜਿਹੜਾ ਜਿੱਤੇਗਾ ਅਸੀਂ ਉਹਦੇ ਥੱਲੇ ਲੱਗਾਂਗੇ। ਇੱਕ ਗੱਲ ਪ੍ਰਚਲਿਤ ਹੋ ਗਈ, ਦਿੱਲੀਸ਼ਵਰੋ ਜਗਦੀਸ਼ਵਰੋ। ਜਿਹੜਾ ਦਿੱਲੀ ਦਾ ਮਾਲਕ ਹੈ ਉਹ ਜਗਦੀਸ਼ ਹੈ, ਉਹ ਪਰਮਾਤਮਾ ਹੈ, ਉਹ ਰੱਬ ਹੈ। ਸਾਡੀ ਹੋਣੀ ਤਾਂ ਇਹੀ ਹੈ। ਪਰ ਉੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ, ਬੁਲੰਦ ਆਵਾਜ਼ ਵਿੱਚ ਉਹਨੂੰ ਕਹਿ ਰਹੇ ਹਨ ਕਿ ਤੂੰ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ। ਇਹ ਕਹਿ ਦੇਣਾ, ਔਰ ਕਿਵੇਂ ਕਹਿ ਸਕੇ, ਕਿਉਂ ਕਿਹਾ, ਉਹਦੇ ਤੇ ਬੜਾ ਆਸਾਨ ਔਰ ਸਮਝ ਆ ਜਾਏਗਾ। ਅਸੀਂ ਰੋਜ਼ ਪਾਠ ਕਰਦੇ ਹਾਂ,
ਉਹਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਜਿਹੜੇ ਲਫ਼ਜ਼ ਬਾਰ-ਬਾਰ ਨਿਤਨੇਮ ਮਤਲਬ ਨਿਤ ਦੁਹਰਾਓ, ਉਹ ਨੇਮ ਨਾਲ ਦੁਹਰਾਓ, ਉਹ ਕੀ ਹੈ ਔਰ ਉਹਨੂੰ ਥੋੜਾ ਜਿਹਾ ਮਹਿਸੂਸ ਕਰ ਲਈਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਨਾ ਤਾਕਤ ਨਾਲ ਤੁਸੀਂ ਮਰ ਸਕਦੇ ਹੋ, ਨਾ ਤਾਕਤ ਨਾਲ ਬਚ ਸਕਦੇ ਹੋ। ਹੁਣ ਇਹ ਗੱਲ ਜਿਹੜੀ ਕਹਿ ਦਿੱਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ। ਨਾ ਤੁਸੀਂ ਤਾਕਤ ਨਾਲ ਅਮੀਰ ਹੋ ਸਕਦੇ ਹੋ, ਨਾ ਗਰੀਬ ਹੋ ਸਕਦੇ ਹੋ, ਨਾ ਤੁਸੀਂ ਤਾਕਤ ਨਾਲ ਸਿਆਣੇ ਹੋ ਸਕਦੇ ਹੋ, ਨਾ ਤੁਸੀਂ ਮੂਰਖ ਹੋ ਸਕਦੇ ਹੋ। ਫਿਰ ਹੋਏਗਾ ਕੀ? ਜਿਸ ਹੱਥ ਜ਼ੋਰ ਕਰ ਵੇਖੇ ਸੋਏ। ਜਦੋਂ ਇਹ ਗੱਲ ਸਮਝ ਆ ਜਾਏ ਫਿਰ ਉਸ ਨੂੰ ਲੱਗੇਗਾ ਹੁਣ ਕੋਈ ਵੀ ਹੋਏ। ਔਰ ਇਹ ਗੁਰੂ ਨਾਨਕ ਦੇਵ ਜੀ ਨੇ ਕੇਵਲ ਇੱਕ ਕਵਿਤਾ ਨਹੀਂ ਲਿਖੀ ਕਿ ਇੱਕ ਸ਼ਾਇਰ ਨੇ ਕੋਈ ਬੜੇ ਚੰਗੇ ਅਲਫਾਜ਼ ਕਹਿ ਦਿੱਤੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਚੜ੍ਹਦੀ ਉਮਰ ਹੈ, ਚੜ੍ਹਦੀ ਜਵਾਨੀ ਹੈ, ਬਹੁਤ ਛੋਟੀ ਉਮਰ ਹੈ। ਸੁਲਤਾਨਪੁਰ ਲੋਧੀ ਜਾਂਦੇ ਹੈ, ਭਾਈਆ ਜੈ ਰਾਮ ਜੀ ਉਹਨਾਂ ਦੇ ਸਾਲੇ ਹਨ, ਉਹਨਾਂ ਨੂੰ ਲੈ ਕੇ ਜਾਂਦੇ ਹਨ ਔਰ ਉਹਨਾਂ ਨੂੰ ਜਿਹੜੀ ਗੱਲ ਕਹਿੰਦੇ ਹਨ ਭਾਈਆ ਜੈ ਰਾਮ ਜੀ, ਕਮਾਲ ਦੀ ਗੱਲ ਹੈ। ਭਾਈਆ ਜੈ ਰਾਮ ਕਹਿੰਦੇ ਹਨ, ਨਾਨਕ ਦੇ ਬਾਰੇ ਕਹਿੰਦੇ ਹਨ, ਕਹਿੰਦੇ ਨਾਨਕੀ ਉਹਨਾਂ ਦੀ ਘਰੋਂ ਬੇਬੇ ਨਾਨਕੀ ਨੂੰ ਕਹਿੰਦੇ ਹਨ ਕਿ ਉਹ ਕੁਲ ਧਨ ਹੈ ਜਿਹਦੇ ਵਿੱਚ ਗੁਰੂ ਨਾਨਕ ਦਾ ਜਨਮ ਹੋਇਆ। ਉਹ ਮਾਤਾ ਪਿਤਾ ਧਨ ਹੈ ਜਿਨ੍ਹਾਂ ਨੂੰ ਨਾਨਕ ਵਰਗਾ ਪੁੱਤਰ ਮਿਲਿਆ। ਉਹ ਸਾਥੀ ਧਨ ਹਨ ਜਿਨ੍ਹਾਂ ਨੂੰ ਨਾਨਕ ਦੇ ਨਾਲ ਖੇਡਣ ਦਾ ਮੌਕਾ ਮਿਲਿਆ। ਤੂੰ ਧਨ ਹੈ ਕਿ ਤੈਨੂੰ ਨਾਨਕ ਵਰਗਾ ਵੀਰ ਮਿਲਿਆ, ਤੇ ਥੋੜੇ ਥੋੜੇ ਅਸੀਂ ਵੀ ਧਨ ਹਾਂ ਕਿ ਤੇਰੇ ਰਾਹੀਂ ਸਾਡਾ ਨਾਨਕ ਨਾਲ ਰਿਸ਼ਤਾ ਜੁੜਿਆ। ਤਾਂ ਕੀ ਅਸੀਂ ਧਨ ਨਹੀਂ ਕਿ ਅਸੀਂ ਗੁਰੂ ਦੇ ਸਿੱਖ ਅਖਵਾਉਣ ਦਾ ਸਾਨੂੰ ਮੌਕਾ ਮਿਲਿਆ। ਹੁਣ ਉਹ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਸੁਲਤਾਨਪੁਰ ਨਵਾਬ ਦੇ ਕੋਲ ਜਾਂਦੇ ਹਨ। ਤੁਸੀਂ ਦੇਖੋ ਅੱਜ ਮਾੜਾ ਮੋਟਾ ਕੋਈ ਅਫਸਰ ਹੋਏ, ਮਾੜਾ ਮੋਟਾ ਕੋਈ ਰਾਜਨੀਤਿਕ ਹੋਏ, ਕਿਵੇਂ ਉਸਦੇ ਥੱਲੇ ਲੱਗੇ ਹੁੰਦੇ ਹਨ ਲੋਕ, ਕਿਵੇਂ ਜ਼ਮੀਰ ਨੂੰ ਵੇਚਦੇ ਹਨ। ਪਰ ਉੱਥੇ ਜਾ ਕੇ ਜਦੋਂ ਗੁਰੂ ਨਾਨਕ ਦੇਵ ਜੀ ਖੜੇ ਹਨ, ਬੜੀ ਕਮਾਲ ਦੀ ਵਾਰਤਾ ਲਿਖਦਾ ਹੈ ਸਾਖੀਕਾਰ। ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਨੂੰ ਇੰਟਰੋਡਿਊਸ ਕਰਾਇਆ ਗਿਆ, ਉਹਨਾਂ ਦੀ ਮੁਲਾਕਾਤ ਕਰਾਈ ਗਈ, ਉਹਨਾਂ ਦਾ ਤਾਰਫ ਕਰਾਇਆ ਗਿਆ। ਉਹਨਾਂ ਨੂੰ ਕਿਹਾ ਗਿਆ ਨਵਾਬ ਸਾਹਿਬ ਨੂੰ, ਇਹ ਭਾਈਆ ਜੈ ਰਾਮ ਕਹਿੰਦੇ ਇਹ ਨਾਨਕ ਹੈ ਮੇਰਾ ਸਾਲਾ। ਤਾਂ ਉਸ ਵੇਲੇ ਨਵਾਬ ਨੇ ਕਿਹਾ ਜਾਤਕ ਭਲਾ ਲੱਗਦਾ, ਇਹ ਲਫ਼ਜ਼ ਕੇ ਜਾਤਕ ਭਲਾ ਲੱਗਦਾ। ਤੇ ਗੁਰੂ ਨਾਨਕ ਦੇਵ ਜੀ ਖੜੇ ਹਨ ਚੁੱਪ ਕਰਕੇ। ਉਹਨਾਂ ਨੂੰ ਕਿਹਾ ਇਹ ਨਵਾਬ ਸਾਹਿਬ ਹਨ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਵਾਬ ਹੈ ਹਲਾ। ਅੱਛਾ, ਉਹ ਕਮਾਲ ਹੈ। ਉਹ ਵਜ਼ੀਰ ਖਿੱਚ ਗਿਆ, ਕਹਿੰਦਾ ਨਾਨਕ ਇਹ ਸਲਾਮ ਕਰੋ, ਨਵਾਬ ਸਾਹਿਬ ਹਨ। ਜਿਹੜੀ ਗੱਲ ਉੱਥੇ ਗੁਰੂ ਨਾਨਕ ਦੇਵ ਜੀ ਨੇ ਕਹੀ ਹੈ ਨਵਾਬ ਦੇ ਸਾਹਮਣੇ, ਉਹ ਕਹਿਣ ਲੱਗੇ ਆਤਮਾ ਬੂਤ ਸਲਾਮੀ ਕਰਦ ਗਰਦਨ ਬੇ ਤਮਾ ਬੁਲੰਦ ਬੁਵਦ। ਜਿਸ ਆਦਮੀ 'ਚ ਤਮਾ ਹੋਏਗੀ, ਲਾਲਚ ਹੋਏਗਾ, ਡਰ ਹੋਏਗਾ, ਉਸਦੀ ਗਰਦਨ ਝੁਕੇਗੀ। ਬੇਤਮਾ ਆਦਮੀ ਦੀ ਗਰਦਨ ਬੁਲੰਦ ਹੋਏਗੀ। ਜਾਨਵਰ ਦੀ ਗਰਦਨ ਹਮੇਸ਼ਾ ਝੁਕੀ ਹੁੰਦੀ ਹੈ, ਇਨਸਾਨ ਦੀ ਗਰਦਨ ਹਮੇਸ਼ਾ ਬੁਲੰਦ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਦੇ ਉੱਤੇ ਆ ਕੇ ਉਹ ਇਨਸਾਨ ਦੀ ਗਰਦਨ ਬੁਲੰਦ ਕਰਨ ਲਈ ਆਏ। ਤਾਈਓ ਕਰਕੇ ਉਹਨਾਂ ਨੇ ਹਾਕਮ ਨੂੰ, ਵਕਤ ਦੇ ਹਾਕਮ ਨੂੰ ਕਹਿ ਦਿੱਤਾ ਹਰਾਮੀ ਗਰੀਬੋਂ ਕੋ ਮਾਰੇ ਵਗੋਏ, ਹਾਕਮ ਕਹਾਵੇ ਹਕੂਮਤ ਨਾ ਹੋਏ। ਇਹ ਤਾਂ ਆ ਸਕਦਾ ਸੀ ਜੇ ਉਹ ਇਹ ਸਮਝ ਸਕਦਾ ਹੈ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟੇ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਹ ਗੱਲ ਜਿਹੜੀ ਕਹਿ ਦੇਣੀ, ਇਸ ਦੇ ਨਾਲ ਉਹਨਾਂ ਨੇ ਬੁਨਿਆਦ ਰੱਖੀ। ਨਿਰਭਉ ਨਿਰਵੈਰ ਹੋ ਕੇ ਹਰ ਥਾਂ ਦੇ ਉੱਤੇ ਉਹ ਵਿਚਰੇ ਹਨ। ਚਾਹੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਗਏ, ਵੱਖ-ਵੱਖ ਫਿਰਕਿਆਂ ਦੇ ਕੋਲ ਗਏ, ਭਾਵੇਂ ਉਹ ਬਗਦਾਦ ਗਏ ਹਨ, ਭਾਵੇਂ ਉਹ ਮੱਕੇ ਗਏ ਹਨ, ਭਾਵੇਂ ਉਹ ਸਿੱਧਾਂ ਕੋਲ ਗਏ ਹਨ, ਭਾਵੇਂ ਕਿਧਰੇ ਵੀ ਗਏ ਹਨ। ਉਹ ਸਿੱਧਾਂ ਨੂੰ ਵੀ ਜਾ ਕੇ ਕਹਿ ਸਕਦੇ ਹਨ ਬਾਬਾ ਆਖੇ ਭੰਗਰ ਨਾਥਾ ਤੇਰੀ ਮੌਂਕ ਚੱਜੀ ਆਈ। ਜੇਕਰ ਸੋ ਇਹ ਜਿਹੜੀ ਉਹਨਾਂ ਨੇ ਨਿਰਭੈਤਾ ਪੈਦਾ ਕਰ ਦਿੱਤੀ, ਇਹ ਜਿਹੜੀ ਉਹਨਾਂ ਨੇ ਉਹ ਸਾਰੀ ਚੀਜ਼ ਕਰ ਦਿੱਤੀ। ਮੈਨੂੰ ਯਾਦ ਆਉਂਦਾ ਮੇਰੇ ਤਾਇਆ ਜੀ ਸਾਹਿਬ ਮਾਨ ਸਿੰਘ ਮਸਕੀਨ ਬੜੇ ਅੱਛੇ ਸ਼ਾਇਰ ਸਨ। ਉਹਨਾਂ ਨੇ ਲਿਖਿਆ ਸੀ ਲੰਮਾ ਪਿਆ ਤੱਕਿਆ ਪੁਰਖ ਹਾਜੀਆਂ ਨੇ ਜਦੋਂ ਆਏ ਨਮਾਜ਼ ਗੁਜ਼ਾਰ ਕੇ, ਤੇ ਲੱਤਾਂ ਕਰੀ ਦਰਗਾਹ ਵੱਲ ਪਿਆ ਕਿਹੜਾ, ਖੌਫ ਅੱਲਾ ਦਾ ਦਿਲੋਂ ਵਿਸਾਰ ਕੇ, ਤੇ ਪਕੜ ਲੱਤਾਂ ਦੇ ਤਾਈਂ ਘੁਮਾਣ ਲੱਗੇ, ਮੱਕਾ ਨਾਲ ਫਿਰਿਆ ਚੱਕਰ ਮਾਰ ਕੇ, ਤੇ ਡਿੱਗੇ ਪੈਰਾਂ ਤੇ ਆਖਿਆ ਪਤਾ ਨਹੀਂ ਸੀ ਤੁਰੋਂ ਅੱਲਾ ਦਾ ਆਇਆ ਸਫੀਰ ਨਾਨਕ, ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਦਾ ਗੁਰੂ ਬਣ ਆਇਆ ਬੇਨਜ਼ੀਰ ਨਾਨਕ।
ਪ੍ਰਕਾਸ਼ ਸ਼ਿਮਲ ਵੀ ਦਿੱਲੀ ਦੇ ਸਨ। ਕਮਾਲ ਦੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਉਹ ਸਾਂਝ ਪਾਈ ਹੈ। ਉਹਨਾਂ ਨੇ ਕਿਹਾ ਕਿ ਤੈਨੂੰ ਕੀ ਦੱਸਾਂ ਮੇਰੇ ਬਾਦਸ਼ਾਹ, ਖੁਸ਼ ਨਸੀਬ ਹਾਂ ਕਿ ਮੇਰਾ ਸਾਈਂ ਹੈ ਤੂੰ, ਮੇਰੇ ਕੋਲ ਰਹਿਣਾ, ਮੇਰੇ ਵਿੱਚ ਵਸਣਾ, ਮੇਰੇ ਪਿੰਡ ਦਾ ਮੇਰਾ ਗਰਾਈ ਹੈ ਤੂੰ। ਕਮਾਲ ਕਮਾਲ। ਲਾਂਬਾ ਸਾਹਿਬ, ਅੱਜ ਦੇ ਦਿਨ ਜਦੋਂ ਅਸੀਂ ਯਾਦ ਕਰ ਰਹੇ ਹਾਂ ਸਮੂਹਿਕ ਤੌਰ ਤੇ ਬਾਬੇ ਨਾਨਕ ਨੂੰ, ਅੱਜ ਜਦੋਂ ਅਸੀਂ ਦਰਬਤ ਹੋ ਜਾਂਦੇ ਹਾਂ, ਮੇਰੇ ਕੋਲ ਤਾਂ ਲਫ਼ਜ਼ ਹੀ ਹੈ ਨਹੀਂ, ਜਦੋਂ ਅਸੀਂ ਪਿਘਲ ਜਾਂਦੇ ਹਾਂ ਯਾਦ ਕਰਕੇ ਉਹਨਾਂ ਘਟਨਾਵਾਂ ਨੂੰ, ਐਤੀ ਮਾਰ ਪਈ ਕੁਰਲਾਣੇ, ਇਹ ਲਫ਼ਜ਼ ਉਸ ਸਮੇਂ 'ਚ ਜਦੋਂ ਕੋਈ ਇਨਸਾਫ ਨਾਂ ਦੀ ਗੱਲ ਨਹੀਂ ਸੀ, ਜਦੋਂ ਕਤਲ ਹੋਣੇ ਜਾਂ ਕਤਲ ਕਰ ਦਿੱਤੇ ਜਾਣੇ ਕੋਈ ਵੱਡੀ ਗੱਲ ਨਹੀਂ ਸੀ, ਬਾਬਾ ਬੇਖੌਫ ਤੁਰਦਾ, ਉਹ ਇਹਨਾਂ ਪੈਂਡਾ ਤੈਅ ਕਰਨ ਤੋਂ ਬਾਅਦ ਫਿਰ ਕਰਤਾਰਪੁਰ ਸਾਹਿਬ 'ਚ ਸਾਨੂੰ ਕਿਰਤ ਦਾ ਸੰਕਲਪ ਦਿੰਦਾ ਹੈ, ਤੇ ਕਿਰਤ ਦੇ ਸੰਕਲਪ ਦੇ ਵਿੱਚੋਂ ਨਿਕਲਦਾ ਅੱਜ ਦਾ ਪੰਜਾਬ। ਤੇ ਅੱਜ ਦੇ ਪੰਜਾਬ ਦੇ ਮੂਹਰੇ ਜੋ ਚੁਣੌਤੀਆਂ ਨੇ, ਫਿਰ ਇੱਕ ਵਾਰੀ ਉਸੇ ਫਲਸਫੇ ਤੋਂ ਸੇਧ ਲੈ ਕੇ, ਉਸੇ ਫਲਸਫੇ ਤੋਂ ਸੰਕਲਪ ਚੜ੍ਹਦੀ ਕਲਾ ਦਾ ਲੈ ਕੇ ਲੋਕ ਅੱਜ ਗੁਰਪੁਰਬ ਮਨਾ ਰਹੇ ਨੇ, ਲੱਖਾਂ ਦੀ ਗਿਣਤੀ 'ਚ ਦਿੱਲੀ ਦੇ ਬਾਰਡਰ ਤੇ ਬੇਘਰੇ, ਘਰ ਹੋਣ ਦੇ ਬਾਵਜੂਦ ਬੇਘਰੇ ਨੇ। ਔਰ ਮੈਂ ਦੇਖਦਾ ਹਾਂ ਕਿ ਅਰਲੀ ਮਾਰਨਿੰਗ ਜਲਦੀ ਜਲਦੀ ਸਵੇਰੇ ਉੱਠ ਕੇ ਹਰ ਕੋਈ ਇਸ਼ਨਾਨ ਵੀ ਕਰਦਾ ਹੈ, ਫਿਰ ਨਿਤਨੇਮ ਵੀ ਕਰ ਰਿਹਾ। ਇੱਕ ਅਜੀਬ ਅਲੌਕਿਕ ਵਰਤਾਰਾ ਹੈ। ਸ਼ਾਇਦ ਗੁਰੂ ਕਾਲ ਤੋਂ ਅੱਜ ਤੱਕ ਜੇ ਕੁਝ ਨਹੀਂ ਬਦਲਿਆ ਤੇ ਇਹੀ ਸੰਕਲਪ ਨਹੀਂ ਬਦਲਿਆ, ਇਹੀ ਸੋਚ ਨਹੀਂ ਬਦਲੀ, ਇਹੀ ਮਾਦਾ ਜਿਹੜਾ ਜ਼ੁਲਮ ਦੇ ਖਿਲਾਫ ਖੜਨ ਦਾ ਨਹੀਂ ਬਦਲਿਆ। ਚੰਦ ਕੁ ਸ਼ਬਦਾਂ 'ਚ ਜਿਹੜਾ ਇਹਨੂੰ ਸਮੇਟ ਲਈਏ ਇਸ ਗੱਲ ਨੂੰ, ਉਹ ਜ਼ਰੂਰ ਕਹਿੰਦੇ ਹੋਏ ਮੈਨੂੰ ਦੱਸੋ ਕਿ ਅੱਜ ਲੋਕ ਜੇ ਕਿਸੇ ਗੱਲ ਤੋਂ ਪ੍ਰੇਰਿਤ ਹੋਣ ਜਾਂ ਸਭ ਤੋਂ ਬਿਹਤਰ ਕੋਈ ਸਾਡੇ ਲਈ ਪ੍ਰੇਰਨਾ ਹੋਵੇ ਤਾਂ ਉਹ ਕੀ ਹੋਵੇ? ਮੈਂ ਰੰਧਾਵਾ ਸਾਹਿਬ ਇੱਕ ਗੁਸਤਾਖੀ ਨਾ ਕਰਾਂ। ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਬਰ ਦੇ ਬਾਰੇ ਲਫ਼ਜ਼ ਵਰਤਿਆ ਸੀ, ਉਹ ਸੀ ਏਤੀ ਮਾਰ ਪਈ ਕਰਲਾਣੇ ਜੀ, ਤੈਂਕੀ ਦਰਦ ਨੇ ਆਇਆ। ਕੁਰਲਾਣੇ ਨਹੀਂ ਸੀ, ਕਰਲਾਣੇ ਸੀਗਾ। ਠੀਕ ਹੈ, ਕਰਲਾਣੇ ਹੈ, ਇਹ ਪਠੋਹਾਰੀ ਦਾ ਲਫ਼ਜ਼ ਹੈ। ਕਰਲਾਣਾ ਹੁੰਦਾ ਹੈ ਜਿਵੇਂ ਕਿਸੇ ਦੇ ਮਗਰ ਪੈ ਜਾਣਾ। ਸੋ ਸਾਹਿਬਾਂ ਨੇ ਰੱਬ ਨੂੰ ਕਿਹਾ ਏਤੀ ਮਾਰ ਪਈ ਕਰਲਾਣੇ ਤੈਂਕੀ ਦਰਦ ਨਾ ਆਇਆ। ਉਹਨਾਂ ਦੀ ਪੁਕਾਰ ਜਿਹੜੀ ਹੈ ਉਹ ਤੇਰੇ ਦਰ ਦੇ ਉੱਤੇ ਉਹ ਹੈਗੀ ਹੈ ਤੇ ਤੈਨੂੰ ਦਰਦ ਨਹੀਂ ਆ ਰਿਹਾ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀ ਬਾਣੀ ਰਚੀ, ਜੋ ਕੁਛ ਉਹਨਾਂ ਨੇ ਕੀਤਾ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਾਕਮਾਂ ਦੇ ਨਾਲ ਵਰਤਾਰਾ ਕੀਤਾ, ਉਹ ਜਦੋਂ ਵੀ ਕਿਧਰੇ ਗਏ ਹੈ ਉਹਨਾਂ ਹਾਕਮਾਂ ਦੇ ਨਾਲ, ਪਰ ਜਿਹੜੇ ਉਹਨਾਂ ਨੇ ਅਸੂਲ ਦਿੱਤੇ ਹੈ, ਮੈਨੂੰ ਇੱਕ ਗੱਲ ਕਹਿਣ ਵਿੱਚ ਕੋਈ ਗੁਰੇਜ਼ ਨਹੀਂ। ਅੱਜ ਅਮਰੀਕਾ, ਫਰਾਂਸ, ਜਰਮਨੀ, ਪਾਕਿਸਤਾਨ, ਕਿਸੇ ਮੁਲਕ ਦੇ ਵਿੱਚ, ਸਾਰੀ ਦੁਨੀਆ 'ਚ ਜਿੱਥੇ ਮਰਜ਼ੀ ਵੀ ਅਗਰ ਕੋਈ ਇਨਸਾਨ ਵਸਦਾ, ਅਗਰ ਕੋਈ ਇਨਸਾਨ ਉੱਥੇ ਹੈਗਾ, ਤਾਂ ਉਹ ਅਗਰ ਉਹ ਜਿਹੜੇ ਚੰਗੇ ਕੰਮ ਕਰ ਰਿਹਾ ਤਾਂ ਉਹ ਜਿਹੜੇ ਅਸੂਲ ਹੋਣਗੇ ਉਹ ਗੁਰੂ ਨਾਨਕ ਦੇਵ ਜੀ ਦੇ ਹੋਣਗੇ। ਇਹ ਬੜੀ ਵੱਡੀ ਗੱਲ ਹੈ। ਉਹ ਭਾਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਜਾਂ ਨਹੀਂ ਮਿਲਿਆ, ਉਹਦੀ ਮੁਲਾਕਾਤ ਹੋਈ, ਉਹਨੇ ਪੜ੍ਹਿਆ ਕਿ ਨਹੀਂ ਪੜ੍ਹਿਆ, ਕਿਉਂਕਿ ਸਾਹਿਬਾਂ ਨੇ ਜਿਹੜੇ ਉਹ ਇਲਾਹੀ ਅਸੂਲ ਦਿੱਤੇ ਹਨ, ਕਿਰਤ ਕਰਨੀ, ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ। ਔਰ ਇੱਥੇ ਦੇਖੋ ਤੁਸੀਂ, ਕਮਾਲ ਦੀ ਗੱਲ ਇਹ ਹੈ, ਵੰਡ ਕੇ ਛਕਣਾ ਨਹੀਂ ਕਿਹਾ। ਵੰਡ ਕੇ ਛਕਣਾ ਹੁੰਦਾ ਹੈ ਕਿ ਕਿਸੇ ਨੂੰ ਦੇ ਕੇ ਤੇ ਫਿਰ ਖੁਦ ਖਾਣਾ, ਪਰ ਵੰਡ ਛਕਣਾ ਹੁੰਦਾ ਉਹਨੂੰ ਨਾਲ ਬਿਠਾ ਕੇ ਖਾਣਾ। ਹੁਣ ਤੁਸੀਂ ਕਿਸੇ ਦਸਤਰਖਾਨ ਤੇ ਬੈਠੇ ਹੋ, ਖਾਣਾ ਖਾਣ ਲੱਗੇ ਹੋ, ਕੋਈ ਆਂਦਾ ਹੈ, ਤੁਸੀਂ ਉਹਨੂੰ ਕਹਿੰਦੇ ਇਹਨੂੰ ਵੀ 2 ਫੁਲਕੇ ਦੇ ਦੇ ਜੀ, ਉਹ ਹੋਰ ਚੀਜ਼ ਹੈ। ਪਰ ਜਿਹੜੀ ਗੱਲ ਬੜੀ ਡੂੰਘਾਈ ਹੈ, ਇਸ ਕਰਕੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਵੰਡ ਛਕਣਾ, ਵੰਡ ਛਕਣ ਦੀ ਗੱਲ ਕੀਤੀ ਹੈ ਉਹਨਾਂ ਨੇ। ਇਹ ਜਿਹੜੇ ਅਸੂਲ ਹਜ਼ੂਰ ਨੇ ਦਿੱਤੇ ਹਨ, ਕਿ ਨਾਲ ਜਿਹੜੀ ਗੱਲ ਦਿੱਤੀ ਬਹੁਤ ਵੱਡੀ ਗੱਲ ਹੈ ਜੇ ਅਸੀਂ ਸਮਝ ਸਕੀਏ। ਪੱਤ ਵਿਣ ਪੂਜਾ, ਜੇ ਤੁਹਾਡੀ ਪੱਤ ਨਹੀਂ ਰਹਿੰਦੀ ਫਿਰ ਪੂਜਾ ਕਾਹਦੀ ਕਰਦੇ ਪਏ ਹੋ? ਕਿਹਦੀ ਪੂਜਾ ਹੈ? ਕੀ ਫਾਇਦਾ? ਪੱਤ ਵਿਣ ਪੂਜਾ, ਸੱਚ ਵਿਣ ਸੰਜਮ, ਜਤ ਵਿਣ ਕਾਹੇ ਜਨੇਊ, ਨਾਵੋ ਧੋਵੋ ਤਿਲਕ ਲਗਾਵੋ, ਸੁਚ ਵਿਣ ਸੋਚ ਨਾ ਹੋਈ। ਜੇ ਤੁਹਾਡੇ ਅੰਦਰ ਅਣਖ ਨਹੀਂ ਹੈਗੀ, ਜੇ ਤੁਹਾਡੇ ਅੰਦਰ ਗੈਰਤ ਨਹੀਂ ਹੈਗੀ, ਫਿਰ ਤੁਹਾਡਾ ਸਾਰਾ ਕੁਝ ਖਾਦਾ ਹਰਾਮ ਹੈ। ਇਹ ਜਿਹੜੀ ਗੱਲ ਸਾਹਿਬਾਂ ਨੇ ਕਹੀ, ਇਹ ਅਸੂਲ ਦਿੱਤੇ ਕਿ ਤੁਸੀਂ ਇਨਸਾਨੀਅਤ ਦੀ ਜਿਹੜੀ ਹੈਗੀ ਹੈ ਉਹ ਕਰਨੀ। ਔਰ ਇਸ ਕੰਮ ਕਰਦਿਆਂ ਉਹਨਾਂ ਨੇ ਇੱਕ ਚੇਤਾਵਨੀ ਵੀ ਦਿੱਤੀ ਹੈ ਕਿ ਇਹ ਜੇ ਗੁਰੂ ਨਾਲ ਹੋਏਗਾ ਤੁਹਾਡੇ ਨਾਲ ਵੀ ਹੋਏਗਾ, ਇਹ ਤੁਹਾਡੇ ਨਾਲ ਵੀ ਹੋਏਗਾ। ਉਹ ਕੀ ਹੈ? ਹਜ਼ੂਰ ਨੇ ਖੁਦ ਕਿਹਾ, ਕੋਈ ਆਖੇ ਪੂਤਨਾ, ਹਜ਼ੂਰ ਨੂੰ ਪੂਤਨਾ ਵੀ ਕਿਹਾ ਗਿਆ, ਪੂਤਨਾ ਕਿਹਾ ਗਿਆ।
ਕਿ ਜਿਹੜਾ ਕਿਸੇ ਦੇ ਅਕੀਦੇ 'ਚ ਵਿਘਨ ਪਾ ਰਿਹਾ। ਲੋਕ ਪੂਰਬ ਵੱਲ ਪਾਣੀ ਦਿੰਦੇ ਆ, ਪੱਛਮ ਵੱਲ ਦੇ ਰਹੇ ਆ। ਉਹ ਕਿਸੇ ਖਾਸ ਦਿਸ਼ਾ ਵੱਲ ਮੂੰਹ ਕਰਕੇ ਸਿਜਦਾ ਕਰਦੇ ਆ। ਹਜ਼ੂਰ ਪੁੱਠੇ ਪਾਸੇ ਕਰ ਰਹੇ ਆ, ਉਧਰ ਲੱਤਾਂ ਕਰ ਰਹੇ ਆ, ਕੋਈ ਕੁਝ ਕਰ ਰਿਹਾ। ਉਹ ਕੁਰੂਕਸ਼ੇਤਰ 'ਚ ਕਹਿੰਦੇ ਆ ਅੱਜ ਇੱਥੇ ਅੱਗ ਨਹੀਂ ਬਾਲਣੀ, ਉੱਥੇ ਹਿਰਨ ਰਿੰਨਾਂ ਰੱਖ ਦਿੰਦੇ ਆ। ਸੋ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ। ਕੋਈ ਕਹਿੰਦੇ ਜੀ ਇਹਨੂੰ ਤੇ ਸੁਰ ਦਾਲ ਦਾ ਨਹੀਂ ਪਤਾ। ਲੋਕ ਕਹਿੰਦੇ ਆ ਕਿ ਵੱਡੇ ਬੰਦਿਆਂ ਨਾਲ ਕਿੱਦਾਂ ਵਰਤੀਦਾ, ਕਿੱਦਾਂ ਉਹਨਾਂ ਨਾਲ ਕਰੀਦਾ, ਇਹਨੂੰ ਤੇ ਹੈ ਹੀ ਨਹੀਂ। ਇਹ ਤਾਂ ਉਹਨੂੰ ਬਾਬਰ ਨੂੰ ਜਾ ਕੇ ਜ਼ਾਲਮ ਕਹਿ ਦਿੰਦਾ, ਜਾਬਰ ਕਹਿ ਦਿੰਦਾ ਹੈਗਾ। ਇਹਨੂੰ ਤੇ ਸੁਰ ਤਾਲ ਦਾ ਪਤਾ ਨਹੀਂ ਹੈਗਾ। ਕਹਿੰਦੇ ਕੋਈ ਆਖੇ ਹਜ਼ੂਰ ਖੁਦ ਕਹਿ ਰਹੇ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਕਹਿੰਦੇ ਆ, ਹਜ਼ੂਰ ਕਹਿੰਦੇ ਮੈਨੂੰ ਕਹਿ ਰਹੇ ਤੇ ਵਿਚਾਰਾ ਹੈ। ਇਹ ਕੀ ਹੈ? ਸਿੱਧਾ ਕਹਿ ਰਿਹਾ ਨਾ ਕਿ ਆਦਮੀ ਔਰਤ ਬਰਾਬਰ ਹੈ, ਮੂਰਖ ਨਹੀਂ, ਕੋਈ ਸਿਆਣਾ ਨਹੀਂ, ਸਭ ਬਰਾਬਰ ਹੈ, ਕੋਈ ਫਰਕ ਨਹੀਂ, ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ। ਕਹਿੰਦੇ ਮੈਨੂੰ ਕਮਾਲ ਦੀ ਗੱਲ ਹੈ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਮੈਂ ਹਾਂ ਕੀ? ਹਜ਼ੂਰ ਹੁਣ ਆਪਣੇ ਬਾਰੇ ਕਹਿ ਰਿਹਾ ਹੈ, ਭਇਆ دیਵਾਨਾ ਸਾਹਕਾ। ਮੈਂ ਇੱਕ ਅਕਾਲ ਪੁਰਖ ਦਾ دیਵਾਨਾ ਹਾਂ, ਇੱਕ ਅਕਾਲ ਪੁਰਖ ਦਾ دیਵਾਨਾ। ਭਇਆ دیਵਾਨਾ ਸਾਹਕਾ ਨਾਨਕ ਬੌਰਾਨਾ। ਮੈਂ ਬੌਰਾਨਗੀ ਦੀ ਹੱਦ ਤੱਕ ਮੈਂ ਉਹਦਾ ਬੌਰਾਨਾ ਹੋ ਗਿਆ, ਮੈਂ ਉਹਦਾ دیਵਾਨਾ ਹਾਂ। ਭਇਆ دیਵਾਨਾ ਸਾਹਕਾ ਨਾਨਕ ਬੌਰਾਨਾ, ਹੋ ਹਰ ਬਿਨ ਅਵਰ ਨਾ ਜਾਣਾ। ਮੈਂ ਕਿਸੇ ਹੋਰ ਨੂੰ ਨਹੀਂ ਪਛਾਣਦਾ। ਮੈਂ ਇੱਕ ਅਕਾਲ ਪੁਰਖ ਨੂੰ, ਇੱਕ ਰੱਬ ਨੂੰ, ਉਸਦਾ ਨਾਂ ਜਿਹੜਾ ਮਰਜ਼ੀ ਰੱਖ ਲਓ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਬਗਦਾਦ ਜਾਂਦੇ ਆ, ਉਹਨਾਂ ਦਾ ਗੜ ਹੈ, ਭਾਈ ਗੁਰਦਾਸ ਕਹਿੰਦੇ ਗੜ ਬਗਦਾਦ ਨਿਵਾਏ ਕੇ, ਉੱਥੇ ਗੜ ਨੂੰ ਨਿਵਾਇਆ। ਉਹ ਕਹਿਣ ਲੱਗੇ ਕਿ ਖੁਦਾ ਸਭ ਕੁਝ ਕਰ ਸਕਦਾ ਹੈ। ਉਹ ਤਿੰਨ ਗੱਲਾਂ ਕਰਨੀਆਂ ਜ਼ਰੂਰੀ ਹਨ। ਇੱਕ ਖੁਦਾ ਪਾਕ ਦਾ, ਉਸ ਨੂੰ ਧਿਆਨ ਰੱਖਣਾ ਜੀ। ਦੂਜਾ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ, ਉਹਨੂੰ ਪੈਗੰਬਰ ਮੰਨਣਾ। ਤੀਜਾ ਕੁਰਾਨੇ ਪਾਕ ਦਾ ਕਲਮਾ। ਹਜ਼ੂਰ ਕਿਹਾ ਮੈਂ ਨਹੀਂ ਮੰਨਦਾ ਰੱਬ ਸਾਰਾ ਕੁਝ ਕਰ ਸਕਦਾ। ਇਹ ਬੜਾ ਵੱਡਾ ਚੈਲੰਜ ਸੀ, ਬਹੁਤ ਵੱਡਾ ਚੈਲੰਜ ਸੀ। ਹਜ਼ੂਰ ਨੂੰ ਕਿਹਾ ਗਿਆ, ਸਤਿਗੁਰ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗੇ ਕਿ ਤੈਨੂੰ ਦੱਸਣਾ ਪੈਣਾ ਉਹ ਕਿਹੜੀ ਚੀਜ਼ ਹੈ ਜਿਹੜੀ ਰੱਬ ਚਾਹੇ ਤੇ ਨਹੀਂ ਪੈਦਾ ਕਰ ਸਕੇ। ਕਹਿਣ ਲੱਗੇ ਕੁਦਾਮ ਸਯਸਤ ਕੇ ਖੁਦ ਖੁਦਾਏ ਖਲੇ ਪੈਦਾ ਨਵੇਂ ਸ਼ਬਦ। ਉਹ ਕਿਹੜੀ ਚੀਜ਼ ਹੈ ਰੱਬ ਪੈਦਾ ਨਹੀਂ ਕਰ ਸਕਦਾ। ਦੇਖੋ ਕਿਤਨਾ ਵੱਡਾ ਸਿਧਾਂਤ ਉਸ ਗੜ ਦੇ ਵਿੱਚ ਜਾ ਕੇ ਕਹਿ ਰਹੇ ਹੈ। ਉਹ ਕਹਿਣ ਲੱਗੇ ਕੁਦਾਮ ਸਯਸਤ ਕੇ ਖੁਦ ਖੁਦਾਏ ਖੁਦਾਏ ਦੀਗਰ ਪੈਦਾ ਨਵੇਂ ਸ਼ਬਦ। ਜੇ ਰੱਬ ਚਾਹੇ ਮੈਂ ਇੱਕ ਰੱਬ ਹੋਰ ਪੈਦਾ ਕਰ ਲਵਾਂ, ਨਹੀਂ ਕਰ ਸਕਦਾ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਦੂਜਾ ਹੋਰ ਨਹੀਂ ਹੈਗਾ। ਗੁਣ ਇਹ ਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਹ ਪੈਗਾਮ ਹੈ ਜਿਸ ਨੂੰ ਲੈ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਰ ਥਾਂ ਗਏ ਆ। ਅੱਜ ਅਸੀਂ ਉਸ ਪੈਗਾਮ ਨੂੰ ਭੁੱਲਦੇ ਜਾ ਰਹੇ ਹਾਂ। ਅਸੀਂ ਇੱਕ ਨੂੰ ਛੱਡ ਕੇ, ਫਿਰ ਹਜ਼ੂਰ ਦੇ ਬਚਨ ਹਨ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਇੱਕ ਆਪ ਸੀ, ਆਪੀ ਨੇ ਆਪ ਸਾਜਿਓ ਦੂਈ ਕੁਦਰਤ ਨਾਉ। ਇਹ ਦੂਜੀ ਕੁਦਰਤ ਸੀ, ਪਰ ਹੋਇਆ ਕੀ ਹੈ? ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵੜ ਜਾ ਰਿਹਾ। ਕੋਈ ਉੱਥੇ ਕਿਸੇ ਦੀ ਦਲਾਲੀ ਨਹੀਂ ਚੱਲਣੀ। ਉਹ ਤੁਹਾਡੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਤੁਹਾਡੇ ਕਰਮਾਂ ਦੇ ਨਾਲ ਹੋਣਾ। ਹੁਣ ਇਹ ਜਿਹੜਾ ਸੁਨੇਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਿ ਜਿਹੜਾ ਈਸਾਈਆਂ ਨੂੰ ਕਹੋ ਕਿ ਜਿਹੜਾ ਤੁਹਾਡਾ ਰੱਬ ਹੈ ਉਹੀ ਮੇਰਾ, ਜਿਹੜਾ ਮੁਸਲਮਾਨ ਦਾ ਰੱਬ ਹੈ ਉਹੀ ਮੇਰਾ, ਮੇਰਾ ਝਗੜਾ ਕਿੱਥੇ ਰਹਿ ਗਿਆ? ਮੇਰੀ ਗੱਲ ਨੂੰ ਕਿਹੜੀ ਗੱਲ ਨੂੰ ਕੱਟਣਗੇ? ਪਰ ਜੇ ਮੈਂ ਉਸ ਨੂੰ ਅਮਲ ਕਰ ਸਕਾਂ, ਮੈਂ ਅਗਰ ਉਸ ਨੂੰ ਮੰਨ ਲਵਾਂ। ਇੱਕ ਗੱਲ ਰੰਧਾਵਾ ਸਾਹਿਬ ਬੜੀ ਜ਼ਰੂਰੀ ਹੈ ਜੀ। ਦੇਖੋ ਜਦੋਂ ਵੀ ਇਸਲਾਮ ਵਾਲੇ ਮੁਹੰਮਦ ਸਾਹਿਬ ਦਾ ਨਾਮ ਲੈਣਗੇ, ਪੂਰਾ ਨਾਮ ਲੈਂਦੇ ਆ, ਉਹ ਕਹਿੰਦੇ ਆ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ। ਪਰ ਇੱਕ ਬਿਮਾਰੀ ਇਲਤ ਸਾਡੇ ਵਿੱਚ ਆ ਗਈ। ਕੋਈ ਨਾਨਕ ਲਿਖੀ ਜਾ ਰਿਹਾ, ਕੋਈ ਨਾਨਕ ਸਾਹਿਬ ਕਰੀ ਜਾ ਰਿਹਾ, ਕੋਈ ਕੁਝ ਕਰੀ ਜਾ ਰਿਹਾ। ਗੁਰੂ ਨਾਨਕ ਦੇਵ ਜੀ ਦਾ ਪੂਰਾ ਨਾਮ ਸਿੱਖ ਰਹਿਤ ਮਰਿਆਦਾ ਚ ਸਪਸ਼ਟ ਲਿਖਿਆ ਹੈ, ਗੁਰੂ ਨਾਨਕ ਦੇਵ ਜੀ। ਇਸ ਨੂੰ ਮਤਲਬ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ, ਇਹ ਤਾਂ ਹਿੰਦੂਆਂ ਦਾ ਨਾਮ ਹੈ, ਇਹ ਤਾਂ ਫਲਾਣਾ ਹੈ। ਗੱਲ ਇਹ ਹੈ ਕਿ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਕਿਰਦਾਰ ਹੈ, ਉਹ ਜਿਹੜਾ ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ, ਬਾਬਾ ਨਾਨਕ ਸ਼ਾਹ ਫਕੀਰ, ਉਸ ਨੂੰ ਜਿਹੜੇ ਮਰਜ਼ੀ ਨਾਂ ਨਾਲ ਯਾਦ ਕਰੋ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਪਰ ਸਿੱਖ ਹੋ ਕੇ ਉਹਨਾਂ ਦਾ ਨਾਂ ਗੁਰੂ ਨਾਨਕ ਦੇਵ ਜੀ ਹੀ ਲੈਣਾ ਬਣਦਾ। ਅੱਜ ਲਾਂਬਾ ਸਾਹਿਬ ਇਸ ਦਿਨ ਤੇ
ਮਾਣ ਕਰਨ ਲਈ ਦਿਲ ਔਲਦਾ ਹੈ। ਹਰੇਕ ਸਿੱਖ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਦੇ ਇਸ ਪੰਥ ਦੇ ਵਿੱਚੋਂ ਆਉਂਦਾ ਹੈ, ਜਿਹੜਾ ਇਸ ਜੀ ਪੰਥ ਦੇ ਵਿੱਚ ਜਨਮ ਲੈਂਦਾ ਹੈ, ਉਹਦੇ ਲਈ ਇਹ ਵਡਭਾਗਾ ਦਿਨ ਹੈ, ਮਾਣ ਵਾਲਾ ਦਿਨ ਹੈ ਔਰ ਸਵੈ ਜੀ ਮੁਲਾਂਕਣ ਦਾ ਦਿਨ ਹੈ। ਹਾਲਾਂਕਿ ਅਸੀਂ ਵੀ ਭਾਸ਼ਣ ਤੱਕ ਸੀਮਤ ਹੋ ਜਾਂਦੇ ਹਾਂ, ਅੰਦਰ ਘੱਟ ਹੂੰ ਵੜਦੇ ਹਾਂ, ਬਾਰ-ਬਾਰ ਤੁਰੇ ਫਿਰਦੇ ਹਾਂ। ਮੈਂ ਨਿੱਜੀ ਹੂੰ ਤੌਰ ਤੇ ਸਮਝਦਾ ਹਾਂ ਕਿ ਕਈ ਵਾਰੀ ਅਸੀਂ ਬੈਬਲ ਹੋ ਜਾਂਦੇ ਹਾਂ, ਕਈ ਵਾਰੀ ਅਸੀਂ ਬਾਹਰ ਨਿਕਲ ਕੇ ਦੌੜਦੇ ਹਾਂ ਫੜਨ ਲਈ, ਲੇਕਿਨ ਜੋ ਬਾਬਾ ਸਾਨੂੰ ਸਿਧਾਂਤ ਦੇ ਕੇ ਗਿਆ ਹੈ, ਉਹ ਸਿਧਾਂਤ ਤੋਂ ਅਸੀਂ ਹੌਲੀ ਹੌਲੀ ਦੂਰ ਹੁੰਦੇ ਜਾਂਦੇ ਹਾਂ। ਜਦੋਂ ਉਧਰ ਜੀ ਮੁੜਦੇ ਹਾਂ ਫਿਰ ਅੰਦਰ ਤਾਕਤ ਮਿਲਦੀ ਹੈ, ਅਦਰਵਾਈਜ਼ ਅਸੀਂ ਭਟਕ ਜਾਂਦੇ ਹਾਂ। ਤੁਸੀਂ ਬਹੁਤ ਪਿਆਰੇ ਸ਼ਬਦਾਂ ਦੇ ਵਿੱਚ, ਬਹੁਤ ਪਿਆਰੇ ਸ਼ਬਦਾਂ ਦੇ ਵਿੱਚ ਵਿਆਖਿਆ ਦਿੱਤੀ ਹੈ। ਤੁਹਾਡਾ ਧੰਨਵਾਦ, ਬਹੁਤ ਜੀ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ।